I withdraw those remarks, but please make it categorically clear this is not an apology to people like Amrinder and Vikram Majithia. Okay, after all, मैं भी इंसान है. I am a human being. I was being wrongly targeted, which has been proved by the orders of the Supreme Court. I was being victimized. ਇਹਦੇ ਵਿੱਚ ਸ਼ਾਮਲ ਸੀਗੇ ਵਿਕਰਮ ਮਜੀਠੀਆ ਜਿੱਦਾਂ ਸੈਸ਼ਨ ਦੇ ਵਿੱਚ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਵਿਕਰਮ ਹੈ ਨਹੀਂ ਸੀ ਬੈਠਾ ਉੱਥੇ ਔਰ ਤੁਸੀਂ ਹੁਣ ਰਿਅਲਾਈਜ਼ ਕਰੋਗੇ why I did not resign. Had I resigned, it would have been shooting the messenger. ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ. ਅਸੀਂ ਤਾਂ ਵਿਸਰੇ ਵਿੱਚ ਕੈਂਪੇਨ ਆਉਂਦਾ ਰਿਹਾ ਵਾ ਕੀ ਸੁਖਬੀਰ ਬਾਦਲ ਮਾਫੀ ਮੰਗੇਗਾ ਹੁਣ ਮੈਨੂੰ ਕਹਿੰਦਾ ਸੀ ਕਿੰਗ ਪਿਨ ਹੈ ਇਹ ਇਹਦਾ ਸਾਲਾ ਖਾ ਗਿਆ ਸਾਰੇ ਪੰਜਾਬ ਦਾ ਪੈਸਾ ਸਾਰੇ ਪੰਜਾਬ ਦੀ ਰੇਤਾ ਖਾ ਗਏ ਇਹ ਸਾਰੇ ਪੰਜਾਬ ਦਾ ਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਜਿਹੜੇ ਸਿਵਿਆਂ ਦੇ ਵਿੱਚ ਜਦੋਂ ਸੰਸਕਾਰ ਕੀਤੇ ਜਾਂਦੇ ਨੇ ਉਹ ਪਿੱਟਦੇ ਸੀ ਵਿਕਰਮ ਮਜੀਠੀਆ ਦੇ ਨਾਲ ਆਰਡਰਸ ਨੋਟਿਸ ਪੰਜਾਬ ਗਵਰਨਮੈਂਟ ਨੂੰ ਹੁਣ ਹੋਇਆ ਵਾ ਪੰਜਾਬ ਗਵਰਨਮੈਂਟ ਦਾ ਸਰਕਾਰੀ ਵਕੀਲ ਅਗਲੀ ਤਰੀਕ ਤੇ ਪੇਸ਼ ਹੋਣਾ ਚਾਹੀਦਾ ਸੀਗਾ ਕਿਉਂਕਿ ਅਮਰਿੰਦਰ ਸਿੰਘ ਇੰਨੇ ਕੁ ਜ਼ਿਆਦਾ ਅੰਦਰੋਂ ਨਫ਼ਰਤ ਦੇ ਭਰ ਚੁੱਕੇ ਨੇ ਮੈਨੂੰ ਉਮੀਦ ਨਹੀਂ ਸੀ ਅਮਰਿੰਦਰ ਸਿੰਘ ਇੱਕ ਵਿਸ਼ਾਲ ਹਿਰਦੇ ਵਾਲਾ ਇਨਸਾਨ ਨਜ਼ਰ ਆਉਂਦਾ ਬਾਹਰੋਂ ਲੇਕਿਨ ਉਹਨਾਂ ਦਾ ਦਿਲ ਉਹਨਾਂ ਨੇ ਆਪਣਾ ਜਿਹੜਾ ਕੀਤਾ ਬਹੁਤ ਛੋਟੇ ਦਿਲ ਦਾ ਮੁਜ਼ਾਹਰਾ ਕੀਤਾ ਵਾ ਇਸ ਲਈ ਜਿਹੜਾ ਸਾਡੇ ਤੇ ਇਲਜ਼ਾਮ ਲਾਇਆ ਜਾ ਰਿਹਾ ਸੀਗਾ ਜੁਡੀਸ਼ਰੀ ਨੂੰ ਬਦਨਾਮ ਕਰਨ ਦਾ ਉਸ ਨੂੰ ਅਸੀਂ ਜੜੋਂ ਨਕਾਰਦੇ ਆ ਬਲਕਿ ਜੁਡੀਸ਼ਰੀ ਨੂੰ ਲੈਜਿਸਲੇਚਰ ਵਿੱਚ ਇਹਨਾਂ ਨੇ ਘੜੀਸਿਆ ਹੁਣ they have got involved the judiciary through that resolution they have dragged the judiciary into this thing and I again reiterate ਕਿ ਜਿਹੜਾ ਆਡੀਓ ਕਲਿੱਪ ਹੈ ਉਹਦੀ ਪੁਖਤਾ ਜਾਂਚ ਹੋਣੀ ਚਾਹੀਦੀ ਹੈ I have met the DIG Chandigarh Police I met the governor I met the honorable Chief Justice of Punjab Haryana High Court और मैं ਹੁਣ ਇੱਕ ਵਾਰ ਫਿਰ ਚੰਡੀਗੜ੍ਹ ਪੁਲਿਸ ਨੂੰ ਪਰਸੂ ਕਰੂੰਗਾ ਕਿ ਫਰਸਟ ਇਨਫੋਰਮੇਸ਼ਨ ਰਿਪੋਰਟ ਕਿਉਂ ਨਹੀਂ ਦਰਜ ਹੋ ਰਹੀ ਹੈ it is my right it is our right to get a first information report the police can later on investigate अगर वो झूठा पाया जाऊगा clip they can always absolve people of that conspiracy but it is very important to find out ਕਿ ਉਹ 35 ਲੱਖ ਰੁਪਇਆ ਦੇਣ ਵਾਲੇ ਬੰਦੇ ਕੌਣ ਸੀ ਕਿਉਂਕਿ ਅਮਿਤ ਚੌਧਰੀ ਵਕੀਲ ਨੇ ਜੇ ਤੁਸੀਂ ਕਲਿੱਪ ਧਿਆਨ ਨਾਲ ਸੁਣੋਗੇ ਉਹ ਆਪਣਾ WhatsApp ਦਿਖਾ ਰਿਹਾ ਵਾ ਮਿਸਟਰ ਗੋਇਲ ਨੂੰ ਕਿਆ ਦੇਖ ਲਾ WhatsApp ਤੇ ਇਹ ਆਰਡਰ ਫਾਜ਼ਿਲਕਾ ਕੋਰਟ ਦਾ ਉਦੋਂ ਹੀ ਆ ਗਿਆ ਸੀ ਮੇਰੇ ਕੋਲ ਉਹਨੇ ਡੇਟ ਵੀ ਪੜ੍ਹੀ ਉਹਦੇ ਵਿੱਚ that means he had that order on his WhatsApp telephone number so who paid this 35 lakh rupees to actually it has become abundantly clear now ਇਸੇ ਲਈ ਕੈਪਟਨ ਅਮਰਿੰਦਰ ਸਿੰਘ ਆਪਣੇ ਰਾਣੇ ਗੁਰਜੀਤ ਨੂੰ ਬਚਾ ਰਹੇ ਕਿਉਂਕਿ ਉਹਨਾਂ ਨੂੰ ਪਤਾ ਕਿ ਰਾਣੇ ਗੁਰਜੀਤ ਨੇ ਇਹ 35 ਲੱਖ ਰੁਪਇਆ ਉਸਨੇ ਦਿੱਤਾ ਇਹਦੀ ਜਾਂਚ ਹੋਣੀ ਬਹੁਤ ਬਹੁਤ ਜ਼ਰੂਰੀ ਮੈਂ ਇਸ ਲੜਾਈ ਨੂੰ ਵੀ ਲੌਜੀਕਲ ਕਨਕਲੂਜਨ ਤਾਂ ਹੀ ਲੜਾਂਗੇ ਅਸੀਂ ਇਹ ਨਹੀਂਗਾ ਕਿ ਫਰਜ਼ ਕਰੋ ਜੇ ਚੰਡੀਗੜ੍ਹ ਪੁਲਿਸ ਨਹੀਂ ਕਰਦੀ FIR ਰਜਿਸਟਰ then I'll have to move we will have to move the honorable high court to seek registration of FIR in that matter ਉਦਣ ਪ੍ਰੈਸ ਗੈਲਰੀ ਦੇ ਵਿੱਚ ਕੁਝ ਮੇਰੇ ਕੋਲੋਂ ਅਲਫਾਜ਼ ਗਲਤ ਨਿਕਲ ਗਏ ਸੀ I express remorse over those remarks I withdraw those remarks but please make it categorically clear this is not an apology to people like Amrinder and Vikram Majithia and the so-called thugs in the Akali Dal this is not an apology मैं क्योंकि after all मैं भी इंसान है I am a human being I was being wrongly targeted which has been proved by the orders of the Supreme Court I was being victimized मेरा character assassination मेरी elimination from the political map of Punjab it was such a planned campaign और ਅਕਾਲੀ ਇਹਦੇ ਵਿੱਚ ਸ਼ਾਮਲ ਸੀਗੇ ਵਿਕਰਮ ਮਜੀਠੀਆ ਜਿੱਦਾਂ ਸੈਸ਼ਨ ਦੇ ਵਿੱਚ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਵਿਕਰਮ ਹੈ ਨਹੀਂ ਸੀ ਬੈਠਾ ਉੱਥੇ ਅਸੀਂ ਤਾਂ ਵਾਕਆਊਟ ਕਰਕੇ ਸੀ ਮੀਡੀਆ ਸ਼ਾਇਦ ਜਾਣਦਾ ਹੋਊਗਾ ਮੇਰਾ ਖਿਆਲ ਅਕਾਲੀਆਂ ਨੇ ਉਸ ਰੈਜ਼ੋਲੂਸ਼ਨ ਦੀ ਹਮਾਇਤ ਨਹੀਂ ਕੀਤੀ ਅੰਦਰ ਬੈਠਿਆਂ ਨੇ ਲੇਕਿਨ ਬਾਹਰੋਂ ਵਿਕਰਮ ਮਜੀਠੀਆ ਨੇ ਜਾ ਕੇ ਮੈਨੂੰ ਪਤਾ ਲੱਗਾ ਕਿ ਮੀਡੀਆ ਹਾਊਸਸ ਦੇ ਵਿੱਚ ਫੋਨ ਕੀਤੇ ਤੇ ਕਿਹਾ ਕਿ ਅਕਾਲੀ ਦਲ ਜਿਹੜਾ ਵਾ ਉਹ ਕਾਂਗਰਸ ਦੇ ਰੈਜ਼ੋਲੂਸ਼ਨ ਦੀ ਹਮਾਇਤ ਕਰਦੀ ਆ ਬਾਹਰੋਂ ਜਾ ਕੇ ਕਿਹਾ ਜਿੱਥੇ ਅੰਦਰ ਨਹੀਂ ਕਿਹਾ ਉਹਨਾਂ ਨੇ ਔਰ ਇੱਥੋਂ ਇੱਕ ਵਾਰ ਫਿਰ ਦੁਬਾਰਾ ਸਾਬਤ ਹੋ ਰਿਹਾ ਵਾ ਕਿ ਇਹ ਸਾਰੇ ਗੰਢ ਤੁੱਪ ਆ ਡੂੰਗੀ ਗੰਢ ਤੁੱਪ ਕੈਪਟਨ ਦੀ ਸੁਖਬੀਰ ਦੀ BJP ਦੀ ਔਰ ਸਾਰੀਆਂ ਪਾਰਟੀਆਂ ਔਰ ਇੰਨੀ ਬਦਨਾਮੀ ਕੀਤੀ ਇਹਨਾਂ ਨੇ ਟੈਲੀਵਿਜ਼ਨ ਚੈਨਲ ਤੇ ਬਹਿ ਕੇ ਐਜ਼ ਇਫ ਮੈਨੂੰ ਤਾਂ ਐਂ ਪੇਸ਼ ਕਰਤਾ ਸੀ ਜਿੱਦਾਂ ਸਮਨ ਤਾਂ ਕੀ ਸੀ ਮੈਨੂੰ ਤਾਂ ਐਂ ਪੇਸ਼ ਕਰਤਾ ਕਿ ਜਿੱਦਾਂ ਸਜ਼ਾ ਹੋ ਗਈ ਉਹਦੀ ਮੈਨੂੰ
most unfortunate in politics. They have hit me below the belt. ਮੈਨੂੰ ਤਾਂ ਐਂ ਕਰਤਾ ਜਿੱਦਾਂ ਮੈਂ ਦੋਸ਼ੀ ਪਾਇਆ ਗਿਆ ਵਾਂ। ਸਮਨਿੰਗ ਮੇਰੇ ਭਰਾਓ ਤੇ ਭੈਣੋ ਕਿਹੜੇ ਆਗੂ ਨੂੰ ਨਹੀਂ ਹੋਈ ਆ। ਸੋਨੀਆ ਰਾਹੁਲ ਤੋਂ ਲੈ ਕੇ ਵੀਰ ਭੱਦਰ ਧੂਮਲ ਤੋਂ ਲੈ ਕੇ ਅਮਰਿੰਦਰ ਬਾਦਲ ਤੋਂ ਲੈ ਕੇ ਸੁਖਬੀਰ ਤੱਕ ਲੈ ਕੇ ਸਾਰੇ ਸਮਨ ਨੇ, ਸਾਰੇ ਜ਼ਮਾਨਤਾਂ ਦੇ ਨੇ। ਔਰ ਤੁਸੀਂ ਹੁਣ ਰਿਅਲਾਈਜ਼ ਕਰੋਗੇ why I did not resign. Had I resigned, it would have been shooting the messenger. ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ। ਅਸੀਂ ਤਾਂ ਵਿਸਲ ਬਲੋਅਰਸ ਆ। ਮਾਨ ਸਾਹਿਬ ਬੈਠੇ ਨੇ ਪਾਰਲੀਮੈਂਟ ਵਿੱਚ, ਬੈਂਸ ਸਾਹਿਬ ਬੈਠੇ ਨੇ। ਅਸੀਂ ਤਾਂ ਜਾ ਕੇ ਅਸੀਂ ਤਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਹੋਕਾ ਦੇਣ ਵਾਲੇ ਲੋਕ ਆ। ਅਸੀਂ ਤਾਂ ਭ੍ਰਿਸ਼ਟਾਚਾਰ ਦੇ ਬੈਂਸ ਸਾਹਿਬ ਦੇ ਖਿਲਾਫ ਲੜਨ ਵਾਲੇ ਲੋਕ ਆ। ਇਹਨਾਂ ਨੇ ਭ੍ਰਿਸ਼ਟ ਬੰਦਿਆਂ ਨੂੰ ਤਾਂ ਬਚਾਇਆ ਤੇ ਵਿਸਲ ਬਲੋਅਰਸ ਨੂੰ ਦੇ ਸ਼ਾਟ ਦ ਮੈਸੇਂਜਰ ਇਨ ਦ ਵਿਧਾਨ ਸਭਾ। ਦਿਸ ਇਜ਼ ਵਾਟ ਹੈਪਨਡ। ਐਂਡ ਜਿਹੜਾ ਇੰਨੇ ਦਿਨ ਟੀਵੀ ਦੇ ਵਿੱਚ ਕੈਂਪੇਨ ਆਉਂਦਾ ਰਿਹਾ ਵਾ, ਕੀ ਸੁਖਬੀਰ ਬਾਦਲ ਮਾਫੀ ਮੰਗੇਗਾ ਹੁਣ? ਮੈਨੂੰ ਕਹਿੰਦਾ ਸੀ ਕਿੰਗ ਪਿਨ ਹੈ ਇਹ, ਇਹਦਾ ਸਾਲਾ ਖਾ ਗਿਆ ਸਾਰੇ ਪੰਜਾਬ ਦਾ ਪੈਸਾ, ਸਾਰੇ ਪੰਜਾਬ ਦੀ ਰੇਤਾ ਖਾ ਗਏ ਇਹ, ਸਾਰੇ ਪੰਜਾਬ ਦਾ ਮੈਂ ਕਹਿੰਦਾ ਮਾਫੀਆ ਬਣ ਕੇ ਕੋਈ ਕਸਰ ਨਹੀਂ ਛੱਡੀ। ਔਰ ਇਸ ਦੇ ਸਾਲੇ ਨੇ ਸਾਰੇ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ। ਜਿਹੜੇ ਸਿਵਿਆਂ ਦੇ ਵਿੱਚ ਜਦੋਂ ਸੰਸਕਾਰ ਕੀਤੇ ਜਾਂਦੇ ਨੇ ਉਹ ਪਿੱਟਦੇ ਸੀ ਬਿਕਰਮ ਮਜੀਠੀਆ ਦੇ ਨਾਮ ਨੂੰ। ਬੱਚੇ ਦੀ ਜ਼ੁਬਾਨ ਤੇ ਗੱਲ ਆ ਚੁੱਕੀ, ਬੋਰਡ ਲੱਗ ਗਏ। ਲੇਕਿਨ ਇਹਨਾਂ ਨੇ ਇਸ ਕੀ ਹੁਣ ਸੁਖਬੀਰ ਮਾਫੀ ਮੰਗੇਗਾ ਮੇਰੇ ਤੋਂ? ਆ ਜਿਹੜੇ ਵੇਰਕੇ ਹੁਣੀ ਬੋਲਦੇ ਸੀ ਕਿ ਟੈਲੀਵਿਜ਼ਨ ਚੈਨਲਾਂ ਤੇ ਮਾਫੀ ਮੰਗਣਗੇ ਮੇਰੇ ਤੋਂ। ਤੇ ਇੱਕ ਮੈਨੂੰ ਚੰਗਾ ਤਾਂ ਨਹੀਂ ਲੱਗਦਾ ਪਰ ਮੈਨੂੰ ਕਹਿਣਾ ਪੈ ਰਿਹਾ ਵਾ। ਮੈਨੂੰ ਫਿਰ ਸ਼ਬਦ ਹੁਣ ਥੋੜਾ ਡੋਂਟ ਮਾਈਂਡ ਇਟ। ਇੱਕ ਅਕਾਲੀਆਂ ਕੋ ਫੱਫੇ ਕੁੱਟਣੀ ਵੀ ਹੈਗੀ, ਇੱਕ ਉਹ ਜਗੀਰ ਕੌਰ, ਇੱਕ ਮੂੰਬੋਂ ਠੱਗਣੀ, ਫੱਫੇ ਕੁੱਟਣੀ ਮੇਰੇ ਤੇ ਇਲਜ਼ਾਮ ਲਾ ਰਹੀ ਹੈ, ਜਿਹਨੂੰ 5 ਸਾਲ ਕੈਦ ਹੋਈ ਹੈ ਭਰਾਓ ਤੇ ਭੈਣੋ, 5 ਸਾਲ। that lady has the audacity to ask for my resignation. ਕੀ ਹੁਣ ਸੁਖਬੀਰ ਕੀ ਜਗੀਰ ਕੌਰ ਬੈਂਸ ਸਾਹਿਬ ਕਹਿੰਦੇ ਅਕਾਲੀਆਂ ਦੀ ਹਨੀਪ੍ਰੀਤ ਵੀ ਕਹਿ ਦਿਓ, ਮੈਂ ਕਹਿ ਦਿੰਦਾ ਵਾਂ। ਮੈਂ ਕਿਹਾ ਭੁੱਲ ਗਏ ਤੁਸੀਂ। ਕੀ ਉਹ ਮਾਫੀ ਮੰਗੇਗੀ? ਕੀ ਇਹ ਸਾਰੇ ਜਿਨ੍ਹਾਂ ਨੇ ਮੇਰੇ ਕੈਰੈਕਟਰ ਨੂੰ ਅਸੈਸੀਨੇਟ ਕੀਤਾ? even Amarinder Singh pointed a finger saying that the court orders have come. He never realized it was his prosecution, it was the police which was targeting me. ਔਰ ਮੈਂ ਦਾਅਵੇ ਨਾਲ ਕਹਿ ਰਿਹਾ ਗੁਰੂ, ਦੇਰ ਤਾਂ ਹੋ ਸਕਦੀ, ਅੰਧੇਰ ਨਹੀਂ ਹੋਏਗਾ। ਜਿਹੜੇ ਪੁਲਿਸ ਵਾਲਿਆਂ ਨੇ, ਜਿਹੜੀ ਪ੍ਰੋਸੀਕਿਊਸ਼ਨ ਨੇ ਮੇਰੇ ਖਿਲਾਫ ਮਨ ਘੜਤ ਕੌਨਕੌਟ ਕੀਤੀ ਸਟੋਰੀ, I will take them on right till the end. Right till the end I will follow them. I will make sure ਕਿ ਮੇਰੇ ਵਰਗਾ ਬੰਦਾ, ਜੇ ਉਹ ਲੀਡਰ ਆਫ ਆਪੋਜੀਸ਼ਨ ਨੂੰ ਟਾਰਗੇਟ ਕਰ ਸਕਦੀ ਪੁਲਿਸ ਤੇ ਪ੍ਰੋਸੀਕਿਊਸ਼ਨ, 3.25 ਕਰੋੜ ਆਬਾਦੀ ਤੋਂ ਜਿਹਨੂੰ ਮਰਜ਼ੀ ਟੰਗੇ ਜਾ ਰਹੇ ਨੇ ਲੋਕੀ, ਟੰਗੇ ਜਾ ਰਹੇ ਨੇ ਲੋਕੀ। ਇਹ ਕਹਾਣੀ ਇਹਨਾਂ ਦੀ ਸੀ, ਇਹ ਦਾਸਤਾਨ। ਤੇ ਜੇ ਨਹੀਂ ਮਾਫੀ ਮੰਗ ਸਕਦੇ ਤੇ ਇਹਨਾਂ ਨੂੰ ਗਾਂ ਨੂੰ ਮੇਰੀ ਐਡਵਾਈਸ ਹੈ ਕਿ ਇਸ ਤਰ੍ਹਾਂ ਲੋਕਾਂ ਨੂੰ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ, ਸਟੇਟ ਦਾ, ਸਾਰੀ ਸਟੇਟ ਪਿੱਛੇ ਪਈ ਹੋਈ ਹੈ। ਤੇ ਇਹਨਾਂ ਨੇ, ਅਮਰਿੰਦਰ ਸਿੰਘ ਨੇ ਹੁਣ ਲੈਜਿਸਲੇਚਰ ਵੀ ਨਹੀਂ ਬਖਸ਼ੀ, ਵਿਧਾਨ ਸਭਾ ਨੂੰ ਵਿੱਚ ਉਹਦੇ ਲਪੇਟ ਲਿਆ ਆਪਣੀ ਵਿੰਡੇਟਾ ਪੋਲਿਟਿਕਸ ਦੇ ਵਿੱਚ। ਹੀ ਸ਼ੁੱਡ, ਇਹਨਾਂ ਨੂੰ ਗੁਰੇਜ਼ ਕਰਨਾ ਚਾਹੀਦਾ ਇਨ ਫਿਊਚਰ। ਆਈ ਐਮ ਫॉर ਪੰਜਾਬ। ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਗਲਤ ਕੰਮ ਹੋਵੇਗਾ ਅਸੀਂ ਸਾਰੇ ਮਿਲ ਕੇ ਆਵਾਜ਼ ਉਠਾਵਾਂਗੇ। ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਹੋਰ ਤੇਜ਼ ਕਰਾਂਗੇ, ਨਸ਼ਿਆਂ ਦੇ ਖਿਲਾਫ ਲੜਾਈ ਨੂੰ ਹੋਰ ਤੇਜ਼ ਕਰਾਂਗੇ। ਐਜੂਕੇਸ਼ਨ, ਹੈਲਥ ਕੇਅਰ, ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਨੂੰ ਸੈਂਟਰ ਸਟੇਜ ਤੇ ਲੈ ਕੇ ਆਵਾਂਗੇ। ਐਕਸੀਡੈਂਟ ਹੋ ਰਹੇ ਨੇ, 6000 ਆਦਮੀ ਮਰ ਰਿਹਾ ਵਾ, ਸਕੂਲ ਬੰਦ ਕੀਤੇ ਜਾ ਰਹੇ ਨੇ, ਗਰੀਬ ਦਲਿਤਾਂ ਦੀਆਂ 200 ਯੂਨਿਟ ਮੁਫਤ ਕੀਤੀ, ਜਿਹੜੀ 4 ਲੱਖ ਪਰਿਵਾਰ ਦੀ ਇਹ ਇਹਨਾਂ ਨੇ ਸਹੂਲਤ ਵਾਪਸ ਲੈ ਲਈ ਆ। ਉਹਨਾਂ ਦੀਆਂ ਪੋਸਟ ਮੈਟ੍ਰਿਕ ਸਕੀਮਾਂ ਦੇ ਵਿੱਚ ਪੈਨਸ਼ਨ, ਜਿਹੜੀਆਂ ਬੱਚਿਆਂ ਨੂੰ ਸਕਾਲਰਸ਼ਿਪ ਦੇਣੀਆਂ, ਉਹ ਖਾ ਗਏ ਨੇ ਅਖੌਤੀ ਅਕਾਲੀ ਤੇ ਕਾਂਗਰਸੀ। ਗਰੀਬਾਂ ਦੇ ਨਾਲ ਹੋਰ ਜਿਹੜਾ ਵਿਤਕਰਾ ਕੀਤਾ ਜਾ ਰਿਹਾ, ਕਿਸਾਨ ਆਤਮ ਹੱਤਿਆ ਕਰ ਰਹੇ ਨੇ, ਖੇਤ ਮਜ਼ਦੂਰ ਮਰ ਰਿਹਾ ਵਾ। ਮੇਰੇ ਦਫ਼ਤਰ ਵਿੱਚ ਢਿੱਲੋਂ ਸਾਹਿਬ ਗਵਾਹੀ ਦੇਣਗੇ, ਅੱਜ ਬੈਠੇ, ਕੱਲ ਰਾਤ ਤੱਕ 296 ਕਿਸਾਨਾਂ ਦੀ ਲਿਸਟ ਤਿਆਰ ਹੋ ਗਈ ਆ। 296 ਕਿਸਾਨਾਂ ਨੇ ਅਮਰਿੰਦਰ ਦੇ ਰਾਜ ਵਿੱਚ ਖੁਦਕੁਸ਼ੀ ਕੀਤੀ ਆ। ਇਹਦਾ ਉਧਰ ਧਿਆਨ ਨਹੀਂਗਾ। ਪਿਛਲੇ 20-25 ਦਿਨ, ਮਹੀਨਾ ਇਹਨਾਂ ਨੂੰ ਦਿਨੇ ਵੀ ਖਹਿਰਾ ਦਿਸਦਾ ਸੀ, ਰਾਤ ਵੀ ਖਹਿਰਾ ਦਿਸਦਾ ਸੀ। ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ ਖਹਿਰਾ ਖਹਿਰਾ ਖਹਿਰਾ। ਬਟ ਐਟ ਦੀ ਐਂਡ ਆਫ ਦ ਡੇ ਉਹ ਕਹਿੰਦੇ ਜੋ ਕੁਦਰਤ ਕਰਦੀ ਆ ਉਹ ਬੇਅੰਤ ਹੈ ਕੁਦਰਤ। ਉਦੋਂ ਲੱਗਦਾ ਹੁੰਦਾ ਸਾਨੂੰ ਕਿ ਸ਼ਾਇਦ ਹਾਈ ਕੋਰਟ ਨੇ ਰਿਲੀਫ ਨਹੀਂ ਦਿੱਤੀ। ਤਾਂ ਮੈਨੂੰ ਬਹੁਤ ਸਾਰੇ ਲੋਕ ਕਹਿ ਰਹੇ ਸੀ ਤੁਸੀਂ ਪੇਸ਼ ਕਿਉਂ ਨਹੀਂ ਹੁੰਦੇ? ਤੁਸੀਂ ਯੂ ਆਰ ਆਲਸੋ ਵੈਰੀ ਰਿਸਪੌਂਸਿਬਲ ਪੀਪਲ, ਸਮਟਾਈਮਸ ਤੁਹਾਨੂੰ ਵੀ ਭੁਲੇਖਾ ਪਾਈ ਜਾਂਦੇ ਹੋ ਐਵੇਂ। ਮੇਰੇ ਨਾਨ ਬੇਲੇਬਲ ਜਿਹੜੇ ਵਾਰੰਟ ਸੀਗੇ ਉਹ ਹਾਈ ਕੋਰਟ ਨੇ 17 ਨਵੰਬਰ ਨੂੰ ਕੁਐਸ਼ ਕਰਤੇ ਸੀਗੇ। Why should I go to the court without even being summoned? Now the court had issued me normal routine summons for 21st December, which has been stayed by the High Court. Therefore, where was the occasion for me
ਟੂ ਗੋ ਟੀਵੀਆਂ ਵਾਲੇ ਵੀ ਚਲਾ ਰਹੇ ਨੇ, ਇੱਕ ਟੀਵੀ ਚੈਨਲ ਤਾਂ ਇਦਾਂ ਦਾ ਹੈਗਾ ਬਾਈ ਗੋਡ ਐਡਾ ਬੋਗਸ ਆ, ਐਡਾ ਝੂਠ ਬੋਲਦਾ, ਐਡਾ ਫਰਾਡ ਕਰਦਾ ਬਾਦਲਾਂ ਦਾ ਜਿਹੜਾ ਟੀਵੀ ਚੈਨਲ ਆ। ਕੱਲ ਮੇਰਾ ਖਿਆਲ ਇਹਨਾਂ ਦੀ ਸੁਸਰੀ ਸੌਂ ਗਈ ਆ, ਲੱਭਾ ਹੀ ਨਹੀਂ ਕਿਤੇ, ਇਹ ਵੀ ਨਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਤਾਂ ਕੀ ਕਹਿੰਦੇ ਹੁੰਦੇ ਸੀ ਬ੍ਰੇਕਿੰਗ ਨਿਊਜ਼ ਵਿੱਚ, ਖਹਿਰੇ ਨੂੰ ਝਟਕਾ, ਖਹਿਰੇ ਨੂੰ ਝਟਕਾ। ਤੇ ਜਦੋਂ ਰਿਲੀਫ ਮਿਲੀ ਇੰਨੀ ਇਹਨਾਂ 'ਚ ਇੰਨੀ ਕੀ ਕਹਿੰਦੇ ਹੁੰਦੇ ਇਹਨਾਂ 'ਚ ਇਨਸਾਨੀਅਤ ਨਹੀਂ ਕਿ ਇੱਕ ਲਾਈਨ ਹੀ ਦਿਖਾ ਦਿੰਦੇ ਕਿ ਖਹਿਰੇ ਨੂੰ ਰਾਹਤ ਵੀ ਮਿਲ ਗਈ ਹੈ। ਰਾਹਤ ਵਾਲੀ ਖਬਰ ਕੋਈ ਨਹੀਂ ਦਿਖਾਈ, ਝਟਕਾ ਭਗਵੰਤ ਨੂੰ ਝਟਕਾ, ਬੈਂਸ ਨੂੰ ਝਟਕਾ, ਇਹ ਝਟਕਾ ਟੀਵੀ ਬਣ ਗਿਆ ਮੇਰੇ ਖਿਆਲ। ਔਰ ਹੈ ਵੀ ਝਟਕਾਈਆਂ ਦਾ ਟੀਵੀ ਆ, ਨਾਲੇ ਵੀ ਸੁਣ ਲਓ, ਝਟਕਾ ਟੀਵੀ ਓਨਡ ਬਾਈ ਝਟਕਾਈਜ਼, ਪੋਲੀਟੀਕਲ ਝਟਕਾਈ ਨੇ ਸਾਰੇ ਇਹ। No, that is not ਉਹਦੇ ਚ ਅਪਸ਼ਬਦ ਕੀ ਸੀਗਾ ਜੀ? That statement is a matter of record. That statement is a matter of record. ਜਿਹੜਾ ਸਿਰਫ ਉਹ ਗਾਲ ਕੱਢੀ ਸੀ ਉਹ ਮੈਂ ਆਪਣੀ ਕੌਨਸ਼ੀਅੰਸ ਨੂੰ ਟਟੋਲਿਆ। I felt that it was wrong for me and ਮੈਂ ਉਸ ਨੂੰ withdraw ਕਰਦਾ ਵਾਂ। I express remorse, but it is not an apology to these corrupt thugs, whether it is ABC of Congress or Akalis. Not an apology to them ever. I am ready to fight it out. ਅਗਰ ਇਹਨਾਂ ਨੂੰ ਕੋਈ ਮੇਰਾ ਬਹੁਤ ਪਸੰਦ ਨਹੀਂ ਆਇਆ ਜਿਹੜਾ ਤੋਹਫਾ ਸੀਗਾ, ਅਦਾਲਤ ਵਿੱਚ ਜਾਣ ਮੇਰੇ ਖਿਲਾਫ, ਮੈਂ ਉੱਥੇ ਲੜੂੰਗਾ। ਪਰ ਮੈਂ ਆਮ ਜਨਤਾ ਤੋਂ, ਪੰਜਾਬ ਦੇ ਲੋਕਾਂ ਤੋਂ ਉਹ ਜਿਹੜੀ ਮੈਂ ਗੱਲ ਕਹੀ ਸੀਗੀ ਉਸ ਵਕਤ, ਕਿਉਂਕਿ ਮੈਂ ਆਫਟਰ ਆਲ ਸਾਡੇ ਵੀ ਜਜ਼ਬਾਤ ਯਾਰ, ਅਸੀਂ ਲੋਹੇ ਦੇ ਥੋੜ੍ਹੋ ਬਣੇ ਹੋਏ ਆ। ਮੇਰੇ ਘਰ ਵੀ ਮੇਰੇ ਬੱਚੇ ਨੇ, ਮੇਰੀ ਓਲਡ ਏਜਿੰਗ ਮਦਰ ਆ, ਉਹਨਾਂ ਤੇ ਕੀ ਅਸਰ ਪੈਂਦਾ ਹੋਊਗਾ ਵੈਨ ਦੇ ਹੇਅਰ ਕਿ ਉਹਨਾਂ ਦੇ ਮੁੰਡੇ ਦੇ ਖਿਲਾਫ ਕੀ ਕੀਤਾ ਜਾ ਰਿਹਾ ਹੈਗਾ ਵਾ। ਸੋ ਇਸ ਲਈ ਉਹ ਜਿਹੜੇ ਹੈਗੇ ਸੀਗੇ, ਦੈਟਸ ਅਨਫੋਰਚੂਨੇਟ ਡਿਵੈਲਪਮੈਂਟ। I have said what I have to say. ਸਾਹਿਬ ਜਿਹੜੀ ਆਡੀਓ ਕਲਿੱਪ ਸੀ ਉਹਦੇ ਬਾਰੇ ਕਿਹਾ ਗਿਆ ਸੀ ਇੱਕ ਮਿੰਟ ਬਾਕੀ ਦੀ ਆਡੀਓ ਕਲਿੱਪ ਦਾ ਜਿਹੜਾ ਬਾਕੀ ਹਿੱਸਾ ਹੈਗਾ ਉਹ ਵੀ ਤੁਸੀਂ ਜਨਤਕ ਕਰੋਗੇ ਜਾਂ ਉਹਦੇ ਬਾਰੇ ਕੀ ਕਰ ਰਹੇ ਹੋ? ਦੇਖੋ ਉਹ ਮਿਸਟਰ ਟੀਕੇ ਗੋਇਲ ਦੇ ਕੋਲ ਆ, ਔਰ ਉਹਨਾਂ ਨੇ ਕਿਹਾ ਹੋਇਆ ਕਿ ਮੈਨੂੰ ਚੀਫ ਜਸਟਿਸ ਸਾਹਿਬ ਬੁਲਾ ਲੈਣ। ਤੇ ਮੈਂ ਮੇਰਾ ਖਿਆਲ ਵੈਨ ਹੀ ਸੈਡ ਕਿ ਸ਼ਾਇਦ ਉਹਨਾਂ ਕੋਲ 1.5 ਘੰਟੇ ਦੀ ਆਡੀਓ ਰਿਕਾਰਡਿੰਗ ਆ, ਤੇ ਇਹ ਤਾਂ ਕਲਿੱਪ ਕੇਵਲ 5 ਮਿੰਟ ਤੇ 22 ਸੈਕਿੰਡ ਦਾ ਵਾ। ਆਈ ਹੈਵ ਬੀਨ ਟੋਲਡ ਕਿ ਉਸ ਆਡੀਓ ਵਿੱਚ ਪੈਸੇ 35 ਲੱਖ ਦਿੱਲੀ ਕਿਹੜੇ ਐਡਰੈਸ ਤੇ ਦਿੱਤੇ ਗਏ ਨੇ, ਇਹ ਵੀ ਹੈਗਾ ਉਹਦੇ ਵਿੱਚ। ਹਾਂਜੀ, ਤੁਹਾਡੇ ਕੋਲ ਹੈ ਨਹੀਂ ਉਹਦਾ? ਉਹ ਮੈਂ ਆਈਲ ਗਿਵ ਇਟ ਟੂ ਦ ਇਨਕੁਆਇਰੀ ਪੈਨਲ ਨਾ। ਵਿਧਾਨ ਸਭਾ ਦੇ ਵਿੱਚ ਨਿੰਦਾ ਪ੍ਰਸਤਾਵ ਲੈ ਕੇ ਆਉਂਦੇ, ਅਸੀਂ ਇਹਨਾਂ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ। ਕੈਪਟਨ ਅਮਰਿੰਦਰ ਸਿੰਘ ਜਿਹੜਾ ਬਹੁਤ ਕਰੋੜੀ ਘਪਲੇ ਦੇ ਵਿੱਚ ਸਿਟੀ ਸੈਂਟਰ ਸਕੈਮ, ਗੱਲ ਕੀ ਅਸਲ ਦੇ ਵਿੱਚ ਉਹ ਸਾਨੂੰ ਹਿੱਟ ਕਿਉਂ ਕਰ ਰਿਹਾ ਮੈਂ ਦੱਸਦਾ। 1140 ਕਰੋੜ ਰੁਪਈਆ ਟੂਡੇ ਹੋਮਜ਼ ਕੰਪਨੀ ਨੂੰ ਦੇਣਾ ਪੈਣਾ ਜੇ ਉਹ ਕੇਸ ਬੰਦ ਹੁੰਦਾ। ਟੂਡੇ ਹੋਮਜ਼ ਕੰਪਨੀ ਜਿਹੜੀ ਸਿਟੀ ਸੈਂਟਰ ਬਣਾਉਣ ਵਾਸਤੇ ਆਈ ਸੀ, ਜੇ ਸਿਟੀ ਸੈਂਟਰ ਸਕੈਮ ਮੁੱਖ ਮੰਤਰੀ ਬਣ ਗਏ, ਪੁਲਿਸ ਵੀ ਘਰ ਦੀ ਹੋ ਗਈ, ਵਿਜੀਲੈਂਸ ਵੀ ਘਰ ਦੀ ਹੋ ਗਈ, ਤੇ ਬੰਦ ਕਰ ਦਿਓ। ਬਾਦਲ ਜਾਂਦੇ ਹੋਏ ਢਹਿ ਢੇਰੀ ਕਰ ਗਏ। ਤੇ ਮੈਂ ਉਸ ਅਦਾਲਤ ਦੇ ਵਿੱਚ ਸੈਸ਼ਨ ਲੁਧਿਆਣਾ ਦੇ ਵਿੱਚ ਜਾ ਕੇ ਆਪਣੀ ਬੇਨਤੀ ਲਾਈ ਵੀ ਨਹੀਂ, ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ੀਆਂ ਨੂੰ ਜਿਹੜੇ 37 ਬੰਦੇ ਆ ਤੇ ਸਮੇਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਜਿਹੜਾ ਟੂਡੇ ਹੋਮਜ਼ ਕੰਪਨੀ ਨੂੰ 1140 ਕਰੋੜ ਰੁਪਈਆ ਆਰਬਿਟ੍ਰੇਸ਼ਨ ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਜੇ ਕੇਸ ਬੰਦ ਹੋ ਗਿਆ ਤੇ ਉਹ ਦੇਣਾ ਪੈਣਾ। ਉਹ ਪੰਜਾਬ ਦੇ ਖਜ਼ਾਨੇ ਚੋਂ ਨਹੀਂ ਅਸੀਂ ਦੇਣਾ, ਉਹ ਜਾਂ ਬਾਦਲ ਦੇਣ ਤੇ ਜਾਂ ਕੈਪਟਨ ਅਮਰਿੰਦਰ ਸਿੰਘ ਦੇਵੇ। ਲੋਕਾਂ ਦੀ ਦਿੱਤੀ ਹੋਈ ਖੂਨ ਪਸੀਨੇ ਦੀ ਟੈਕਸਾਂ ਦੀ ਕਮਾਈ ਦੇ ਵਿੱਚੋਂ ਸਰਕਾਰੀ ਖਜ਼ਾਨੇ 'ਚੋਂ ਕਿਉਂ ਜਾਵੇ? ਜੇ ਮੈਂ ਲੁਧਿਆਣੇ ਦੇ ਵਿੱਚ ਕਰਪਸ਼ਨ ਦੇ ਖਿਲਾਫ ਕਿਤੇ ਕੋਈ ਐਕਸੀਅਨ ਐਸਡੀਓ ਪਟਵਾਰੀ ਕਾਨੂੰਗੋ ਕੋਲੇ ਜਾਣਾ ਤੇ ਕਹਿੰਦੇ ਦੇ ਦਿਓ ਬੈਂਸ ਤੇ ਮੁਕੱਦਮਾ। ਇੱਕ ਜ਼ੀਰੋ ਟਾਲਰੈਂਸ ਲੈ ਕੇ ਆਏ ਸੀ, ਕਹਿੰਦੇ ਪੰਜਾਬ ਦੇ ਅੰਦਰ ਕਰਪਸ਼ਨ ਦੇ ਉੱਤੇ ਜ਼ੀਰੋ ਟਾਲਰੈਂਸ। ਆ ਤਾਜੀ FIR ਦਿੱਤੀ ਉਦਣੀ। ਤੇ ਦੋਸਤੋ ਸਾਨੂੰ ਡਰਾਉਣ ਦਾ ਯਤਨ ਕਰਦੇ ਆ, ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ। ਅਸੀਂ ਬਾਦਲਾਂ ਦੇ ਜ਼ਬਰ ਜ਼ੁਲਮ ਤੋਂ ਨਹੀਂ ਡਰੇ ਕਦੇ। ਉਹ ਜ਼ਬਰ ਜ਼ੁਲਮ ਜਿਹੜਾ MLA ਨੂੰ ਚੱਕ ਕੇ ਥਾਣੇ ਦੀ ਹਵਾਲਾਤ ਦੇ ਵਿੱਚ ਮੂਤ ਵਾਲੀ ਦਰੀ ਦੇ ਉੱਤੇ ਰਾਤਾਂ ਨੂੰ ਉੱਥੇ ਪਾਇਆ ਜਾਂਦਾ ਸੀ, ਮੈਂ ਆਹੋ। ਤੇ ਜ਼ਿਲ੍ਹੇ ਦਾ ਕਮਿਸ਼ਨਰ ਆ ਕੇ ਫੋਟੋ ਖਿੱਚ ਕੇ ਸੁਖਬੀਰ ਬਾਦਲ ਨੂੰ ਭੇਜਦਾ ਸੀ ਵੀ ਆ ਤੇਰੇ ਵਿਰੁੱਧ ਬੋਲਦਾ, ਇਹਦਾ ਹਾਲ ਦੇਖ ਅਸੀਂ ਕੀ ਕੀਤਾ। ਤੇ ਮੈਂ ਉਸ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਕਿ ਸਾਨੂੰ ਕਰਪਸ਼ਨ ਦੇ ਖਿਲਾਫ ਲੜਦਿਆਂ ਬਾਰ-ਬਾਰ ਹਵਾਲਾਤਾਂ ਮਿਲਣ ਤੇ ਬਾਰ-ਬਾਰ ਜੇਲਾਂ ਮਿਲਣ। ਅਸੀਂ ਕੈਪਟਨ ਦੇ ਕਿਸੇ ਗਿੱਦੜ ਧਮਕੀ ਤੋਂ ਡਰਨ ਵਾਲੇ ਨਹੀਂ ਗੇ। ਸੋ ਅਸੀਂ ਦੋਸਤੋ, ਮੈਂ ਫੇਰ ਇਹ ਗੱਲ ਕਹਿੰਦਾ ਕਿ ਅਸੀਂ ਕਾਨੂੰਨ ਪ੍ਰਕਿਰਿਆ ਦੇ ਵਿੱਚ ਬਹੁਤ ਵੱਡਾ ਸਾਨੂੰ ਮੰਦਿਰ ਤੇ ਗੁਰਦੁਆਰੇ ਨਾਲੋਂ ਵੱਧ ਕੇ ਸਤਿਕਾਰ ਹੈ। ਮੈਂ ਤਾਂ ਕਹਿ ਦਿੰਦਾ ਵੀ ਚੀਫ ਜਸਟਿਸ ਸਾਹਿਬ ਨੂੰ ਵੀ ਕਿਹਾ ਮੈਂ, ਸਾਡੇ ਵਾਸਤੇ ਤਾਂ ਜਿਹੜੇ ਜੱਜ ਸਾਹਿਬਾਨ ਆ ਉਹ ਧਰਤੀ ਦੇ ਭਗਵਾਨ ਨੇ। ਤੇ ਆ 35 ਲੱਖ ਰੁਪਈਆ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਬੋਲੇ ਤੇ ਕੈਪਟਨ ਅਮਰਿੰਦਰ ਸਿੰਘ ਖੁਲਾਸਾ ਆਪ ਹੀ ਕਰਕੇ ਨਿੰਦਾ ਪ੍ਰਸਤਾਵ ਲੈ ਕੇ। ਸੋ ਅਸੀਂ ਫੇਰ ਸੁਪਰੀਮ ਕੋਰਟ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਧੰਨਵਾਦ ਕਰਦੇ ਹਾਂ। ਲੋਕਾਂ ਦਾ
ਪੂਰੇ ਹਿੰਦੁਸਤਾਨ ਦੇ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਨਹੀਂ, ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਦਾ ਨਿਆਂਪਾਲਿਕਾ ਦੇ ਵਿੱਚ ਬਹੁਤ ਵੱਡਾ ਵਿਸ਼ਵਾਸ ਹੋਰ ਵਧਿਆ ਜਿਹੜੀ ਖਹਿਰਾ ਸਾਹਿਬ ਨੂੰ ਰਿਲੀਫ ਮਿਲੀ ਆ। ਥੈਂਕ ਯੂ। Now, that's a matter of record. I'm gathering more information. I'm gathering more information on it. Just wait for a few days, then I will come out with more details. कि ਇਹ ਬਤੌਰ ਡਿਫੈਂਸ ਐਨਾਲਿਸਟ ਇਹਨਾਂ ਨੇ ਇੱਕ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਬੜੇ ਵੱਡੇ ਮਾਮਲੇ ਵਿੱਚ ਐਕਸਪੋਜ਼ ਕੀਤਾ ਸੀਗਾ for having some relations with a woman in Pakistan. The British High Commission had to leave, was withdrawn by the government of UK. You know, that's a matter of record. I'll come out with some more details maybe later on. ਅਦਵਿੰਦਰ ਵੱਖਰੀ ਤਰ੍ਹਾਂ ਦੀ ਰਾਜਨੀਤੀ ਦਾ ਮਤਲਬ ਇਹ ਆ ਵੀ ਅਸੀਂ ਜੁੱਤੀਆਂ ਖਾਈ ਜਾਈਏ ਇਹਨਾਂ ਤੋਂ, ਝੂਠੇ ਇਲਜ਼ਾਮ ਸਹੀ ਚੱਲੀਏ। ਉਹ ਵੀ ਉਹਨਾਂ ਦੀ ਪਾਰਟ ਮਸ਼ੀਨ ਦਾ। ਇਹਨਾਂ ਨੂੰ ਪੁੱਛੋ ਵੀ ਸਹੀ ਆ ਉਹ, ਉਹਨਾਂ ਦੀ ਦੱਸੋ ਗਲਤ ਤਾਂ ਨਹੀਂ। ਤੁਸੀਂ ਸਹੀ ਆ ਦੱਸੋ ਨਾ, ਤੁਸੀਂ ਵੀ ਉਹ ਸਹੀ ਹੈਗਾ। ਨਹੀਂ, ਮੈਂ ਤੁਹਾਡੇ ਤੋਂ ਪੁੱਛਦਾ। ਮੁੱਖ ਮੰਤਰੀ ਸੂਬੇ ਦੇ ਲੋਕਾਂ ਵਾਸਤੇ ਇੱਕ ਰੋਲ ਮਾਡਲ ਹੁੰਦਾ, ਆਦਰਸ਼ ਹੁੰਦਾ। ਮੈਂ ਘਰ ਵਾਲੀ ਨੂੰ ਪੁੱਛ ਕੇ ਦੇਖੋ ਨਾ, ਕੈਪਟਨ ਅਮਰਿੰਦਰ ਸਿੰਘ ਦੀ ਵਾਈਫ ਨੂੰ ਪੰਜਾਬ ਪੁੱਛ ਕੇ ਦੇ ਦੇਖੋ। ਸਰਕਾਰੀ ਚੀਫ ਮਿਨਿਸਟਰ ਦੇ ਗ੍ਰਹਿ ਤੇ ਰਹਿੰਦੇ ਕਿ ਨਹੀਂ ਰਹਿੰਦੇ। ਤਾਂ ਲੋਚਨ ਜੀ, ਵੈਸੇ ਮੈਂ ਦੇਖਣਾ ਚਾਹੁੰਦਾ ਕਿ ਜਦੋਂ ਅਮਰਿੰਦਰ ਸਿੰਘ ਦੇ ਖਿਲਾਫ ਲੁਧਿਆਣਾ ਸਿਟੀ ਸੈਂਟਰ ਵਗੈਰਾ ਹੋਇਆ ਸੀਗਾ, ਤੁਸੀਂ ਸੋਨੀਆ ਦਾ ਬਿਆਨ ਪੜਿਆ ਕੋਈ? ਬਾਦਲ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮੁਕੱਦਮੇ ਹੋਏ। ਹਾਂ, ਮੈਂ ਕੰਪੇਅਰ ਹੀ ਕਰ ਰਿਹਾ ਜੀ, ਮੈਂ ਹੈਵ ਟੂ ਕੰਪੇਅਰ ਨਾ। ਕਿ ਮੋਦੀ ਸਾਹਿਬ ਨੇ ਬਾਦਲ ਦੇ ਹੱਕ ਵਿੱਚ ਜਾਂ ਬੀਜੇਪੀ ਦੇ ਉਸ ਵਕਤ ਦੇ ਪ੍ਰਧਾਨ ਅਡਵਾਨੀ ਸਾਹਿਬ ਨੇ ਕਿਸੇ ਨੇ ਦਿੱਤਾ। ਮੇਰੀ ਅਰਵਿੰਦ ਜੀ ਦੇ ਨਾਲ ਕਨਸਟੈਂਟ ਇਨ ਟੱਚ ਸੀਗਾ, ਮੈਂ ਮਨੀਸ਼ ਸਿਸੋਦੀਆ ਜੀ ਦੇ ਨਾਲ ਕਨਸਟੈਂਟ ਇਨ ਟੱਚ ਸੀਗਾ। ਇਨ ਫੈਕਟ ਦੇਰ ਆਰ ਮੈਨੀ ਥਿੰਗਸ ਜਿਹੜੀਆਂ ਉਹਨਾਂ ਨੇ ਮੈਨੂੰ ਰਾਏ ਮਸ਼ਵਰਾ ਦੇ ਕੇ ਸਮਝਾਇਆ ਕਿ ਇਹ ਦਿਸ ਇਜ਼ ਦ ਵੇ ਦ ਥਿੰਗਸ ਸ਼ੁੱਡ ਮੂਵ ਲੀਗਲੀ। ਇੱਥੇ ਜਾਣਾ, ਉੱਧਰ ਜਾਣਾ, ਆਹ ਕਰਨਾ, ਉਹ ਕਰਨਾ, SLP ਫਾਈਲ ਕਰਨੀ। ਸੋ ਇਟਸ ਓਨਲੀ ਅ ਮਿਥ। ਹਾਂਜੀ, ਪੂਰੀ। ਹੁਣ ਤੁਸੀਂ ਦਿੱਲੀ ਜਾ ਕੇ ਆਏ, ਸੁਪਰੀਮ ਕੋਰਟ ਕਰੀ, ਹੁਣ ਵੀ ਕੋਈ ਕੇਜਰੀਵਾਲ ਕੱਲ ਅਰਵਿੰਦ ਜੀ ਨਾਲ ਹੋਈ ਇਸ ਬਾਰੇ? ਹਾਂ, ਕੱਲ I was the first news I broke to Arvind ji on the telephone and he congratulated me and because ਇੱਕਦਮ ਚੀਫ ਮਿਨਿਸਟਰ ਕੋਲ ਜੇ ਕਹਿਣਾ ਮੈਂ ਤਾਂ ਹੁਣੇ ਆ ਗਿਆ ਤੁਹਾਡੇ ਕੋਲ, ਮੈਂ ਉਹਨਾਂ ਨੂੰ ਅਗਲੇ ਸ਼ਾਇਦ ਮੇਬੀ ਇੱਕ ਹਫ਼ਤੇ ਦੇ ਅੰਦਰ ਜਾ ਕੇ ਮਿਲ ਕੇ ਵੀ ਆਉਂਗਾ। ਵੀ ਨੈਸ਼ਨਲ ਲੀਡਰ ਨੇ, ਤਰੀਕਾ ਨਹੀਂ, ਨੈਸ਼ਨਲ ਲੀਡਰ, ਨੈਸ਼ਨਲ ਲੀਡਰ ਨੇ। ਦ ਸਟੇਟਸ ਇਜ਼ ਵਨ। ਆਈ ਐਮ ਟੋਲਡ, ਮੈਨੂੰ ਪਤਾ ਬਹੁਤਾ ਤਾਂ ਨਹੀਂ ਪਤਾ, ਆਈ ਐਮ ਟੋਲਡ ਕਿ ਸੁਪਰੀਮ ਕੋਰਟ ਦੇ once they issue or grant a stay or stay a trial and issue a notice, it normally takes few months. It's not like days and all because it's a different matter altogether there. अच्छी तरह समझो, trial नहीं हिल सकती. No investigation can be carried out once the interference of the Supreme Court order. Nothing will move from there, not even A to B. Then we will discuss with our lawyers whether we can move the court through a writ petition. We'll have to go ahead because I want to know. देखो जी, मैं उदन भी बहुत प्यार सत्कार ਨਾਲ ਕਿਹਾ ਕਿ 99% ਹੋ ਸਕਦਾ ਹੈ ਕਲਿੱਪ ਗਲਤ ਹੋ। ਜੇ 1% ਵੀ ਸੱਚਾ ਕਲਿੱਪ ਆ, 1%, ਇਹਦਾ ਮਤਲਬ ਹੈ ਕਿ ਫਿਰ 35 ਲੱਖ ਰੁਪਇਆ ਆਇਆ ਵਾ ਤੇ 35 ਲੱਖ ਰੁਪਇਆ ਦੇਣ ਵਾਲੇ ਕੌਣ ਲੋਕ ਨੇ, ਉਹਨਾਂ ਨੂੰ ਤਾਂ ਬੇਨਕਾਬ ਕਰਨਾ ਬਹੁਤ ਜ਼ਰੂਰੀ। ਔਰ ਉਹ ਕਹਿੰਦੇ ਨੇ ਕਿ ਗੁਨਾਹਗਾਰ ਤਾਂ ਭਾਵੇਂ 1000 ਬਚ ਜੇ ਤੇ ਬੇਗੁਨਾਹ ਇੱਕ ਵੀ ਗਲਤ ਨਹੀਂ ਟੰਗਿਆ ਜਾਣਾ ਚਾਹੀਦਾ। ਦੈਟਸ ਵਾਟ ਦ ਸਿੰਪਲ ਲਾਅ ਆਫ ਦਿਸ ਕੰਟਰੀ ਸੇਜ਼। ਨਹੀਂ, ਇਸ ਕਲਿੱਪ ਵਿੱਚ ਨਿਗਾ, ਬਟ ਆਈ ਐਮ ਟੋਲਡ ਦੈਟ ਦੇਰ ਇਜ਼ ਵਨ ਵੈਰੀ ਇੰਪੋਰਟੈਂਟ IAS officer who is also working like Amit Chaudhary, getting things done, getting favors done. Yes, exactly. And I think that gentleman Mr. Goyal has come on record also कि आज ਜਿਹੜੀ recording ਆ, ਇਹ ਜਿਹੜਾ scandal ਹੈ, it is only a tip of the iceberg. So ਅੰਦਾਜ਼ਾ ਲਾ ਲਓ ਜੇ ਟਿਪ ਹੈ ਤੇ ਗਾਂ ਕੀ ਨਿਕਲਣਾ ਵਾ। ਸੋ ਇਹਦੀ ਇਨਕੁਆਇਰੀ ਹੋਣੀ ਬਹੁਤ। ਆਲ ਵੀ ਆਰ ਆਸਕਿੰਗ ਬੈਂਚ ਸਾਹਿਬ ਹੁਣੀ ਸਾਡੇ ਖਿਲਾਫ ਮਤਾ ਲਿਆਂਦਾ ਇਹਨਾਂ ਨੇ। ਕੀ ਮੰਗ ਰਹੇ ਹਾਂ ਅਸੀਂ ਕੀ ਮੰਗ ਰਹੇ ਹਾਂ? ਅਸੀਂ ਸਿਰਫ ਮੰਗ ਰਹੇ ਹਾਂ ਕਿ ਇੱਕ ਨਿਰਪੱਖ ਜਾਂਚ ਕਰਵਾ ਦਿਓ। ਉਧਰ ਨੂੰ ਜਾਂਦੇ ਨਹੀਂ ਅਮਰਿੰਦਰ ਸਿੰਘ ਜੀ ਤੇ ਦਲਾਲਾਂ ਨੂੰ ਬਚਾਉਣ ਵਾਸਤੇ ਵਿਸਲ ਬਲੋਅਰਸ ਦੇ ਖਿਲਾਫ ਮਤਾ ਲੈਣ ਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬਹੁਤ ਦੁਖਦਾਈ ਗੱਲ ਸੀਗੀ। ਹਾਂਜੀ, ਅੱਜ ਸਾਡੀ ਮੀਟਿੰਗ ਹੋਈ ਹੈ ਸਾਡੇ MLAs, ਕਿਉਂਕਿ ਜਿਸ ਤਰ੍ਹਾਂ ਖਹਿਰਾ ਸਾਹਿਬ ਨੇ ਕਿਹਾ ਕਿ ਪੂਰਾ 1 ਮਹੀਨਾ ਉਥਲ ਪੁਥਲ 'ਚ ਲੰਘ ਗਿਆ। ਵਿਧਾਨ ਸਭਾ ਸੈਸ਼ਨ ਵੀ ਇਹਨਾਂ ਨੇ ਕਿਸ ਤਰ੍ਹਾਂ ਮੈਂ ਕਹੂੰਗਾ ਅਗਵਾਹ ਕੀਤਾ ਔਰ ਬਦਲਾਖੋਰੀ ਦੀ, ਸਿਆਸੀ ਬਦਲਾਖੋਰੀ ਦੀ ਹੱਦ ਹੈ ਕਿ ਵਿਧਾਨ ਸਭਾ ਨੂੰ ਇੱਕ ਰਾਜਨੀਤਿਕ ਮੰਚ ਦੇ ਤੌਰ ਤੇ ਵਰਤਿਆ ਜਾ ਰਿਹਾ। ਸੋ ਇਨ ਦਾ ਮੀਨ ਟਾਈਮ ਕਾਰਪੋਰੇਸ਼ਨ ਦੀਆਂ ਜਿਹੜੀਆਂ ਇਲੈਕਸ਼ਨਾਂ ਅਨਾਉਂਸ ਹੋਈਆਂ ਨੇ ਔਰ ਪਾਸੇ ਅੱਜ ਡਿਸਕਸ ਵੀ ਕੀਤਾ। ਵੈਸੇ ਤਾਂ ਪ੍ਰੋਸੈਸ ਤਾਂ ਸਾਡਾ ਕਾਫੀ ਦੇਰ ਤੋਂ ਚੱਲਦਾ ਹੈ ਤੇ 1-2 ਦਿਨਾਂ ਦੇ ਵਿੱਚ ਅਸੀਂ ਸਾਰੇ ਜਿਹੜੇ ਉਮੀਦਵਾਰ ਲੜਨਾ ਚਾਹੁੰਦੇ ਨੇ ਉਹਨਾਂ ਦੀ ਲਿਸਟ ਜਿਹੜੀ ਉਹ ਤੁਹਾਡੇ ਸਾਹਮਣੇ। ਇਹਦੇ ਵਿੱਚ ਇਹੀ ਡਿਸਕਸ ਹੋਈ ਹੈ ਇਸ ਮਿਲਕ ਦੇ, ਬਲਕਿ
ਚੱਲ ਹੀ ਰਹੀ ਸੀ ਡਿਸਕਸ਼ਨ ਕਿ ਕਈ ਜਗ੍ਹਾ ਤੇ ਜਿਵੇਂ 32 ਨਗਰ ਕੌਂਸਲਾਂ ਨੇ ਉੱਥੇ ਕੁਝ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਵਿਊ ਆਏ ਨੇ ਕਿ ਕੁਝ ਬੰਦੇ ਹੈਗੇ ਨੇ ਜਿਹੜੇ ਕਹਿੰਦੇ ਅਸੀਂ ਬਿਨਾਂ ਸਿੰਬਲ ਤੋਂ ਵੀ ਲੜ ਸਕਦੇ ਹਾਂ। ਸੋ ਇਹਦੇ ਬਾਰੇ ਅਸੀਂ ਡਿਸਕਸ਼ਨ ਜਿਹੜਾ ਹੋਪਫੁਲੀ ਅੱਜ ਸ਼ਾਮ ਤੱਕ ਅਸੀਂ ਉਹ ਤਾਂ ਲੋਕ ਇਨਸਾਫ ਪਾਰਟੀ ਤਾਂ ਨਾਲ ਹੀ ਹੈ ਜੀ। ਲੋਕ ਇਨਸਾਫ ਪਾਰਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦਾ ਨਾ ਕਿਉਂਕਿ ਤਾਂ ਬੈਂਸ ਸਾਹਿਬ ਦਾ ਤਾਂ ਜਿਹੜਾ ਹਲਕਾ ਹੈ ਉਹ ਲੜ ਹੀ ਨਹੀਂ ਰਹੇ, ਉਹਨਾਂ ਛੱਡ ਹੀ ਦਿੱਤਾ ਤੇ ਇਸ ਕਰਕੇ ਜਲੰਧਰ ਪਟਿਆਲਾ ਤੇ ਅੰਮ੍ਰਿਤਸਰ ਤੇ ਬਾਕੀ 32 ਨਗਰ ਕੌਂਸਲ ਜਿਨ੍ਹਾਂ 'ਚ ਮੂਨਕ ਹੈ, ਦਿੜਬਾ, ਚੀਮਾ ਔਰ ਤਲਵੰਡੀ ਸਾਬੋ ਵੀ ਹੈ, ਬਹੁਤ ਸਾਰੀ ਜਗ੍ਹਾ ਤੇ ਹੰਡਿਆ ਆਇਆ ਜਿਵੇਂ ਸਾਡੇ ਐਮਐਲਏ ਨੇ। ਕਾਉਂਸਲਰ ਦੇ ਇਲੈਕਸ਼ਨ ਵੀ ਪਾਰਟੀ ਸਿੰਬਲ ਤੇ ਲੜੋਗੇ? ਇਹਦੇ ਬਾਰੇ ਡਿਸਕਸ ਕਰਨਾ ਜੀ। ਹੈ ਜੀ। ਇਹਦੇ ਬਾਰੇ ਸਾਨੂੰ ਨਗਰ ਕੌਂਸਲਾਂ ਚੋਂ ਕਈ ਵਿਊ ਆਏ ਨੇ, ਸਾਡੇ ਐਮਐਲਏਸ ਨੇ ਦਿੱਤੇ ਨੇ ਕਿ ਕੁਝ ਜਿਹੜੇ ਕੈਂਡੀਡੇਟ ਨੇ ਉਹ ਝਾੜੂ ਦੇ ਚੋਣ ਨਿਸ਼ਾਨ ਤੇ ਲੜਨਾ ਚਾਹੁੰਦੇ ਆ, ਕੁਝ ਕਹਿੰਦੇ ਅਸੀਂ ਆਜ਼ਾਦ ਲੜਨਾ ਚਾਹੁੰਦੇ ਆ। ਸੋ ਇਹਦੇ ਵਿੱਚ ਅਸੀਂ ਜਿਹੜਾ ਨਹੀਂ ਬਿਲਕੁਲ ਇਸ ਤਰ੍ਹਾਂ ਦਾ ਨਹੀਂ। ਗੁਰਦਾਸਪੁਰ ਬਾਰੇ ਕਿਸੇ ਨੇ ਨਹੀਂ ਕਿਹਾ ਕਿ ਨਾ ਲੜੋ। ਪੰਜਾਬ ਦੀ ਜਿਹੜੀ ਟੀਮ ਹੈ, ਪੰਜਾਬ ਦੀ ਜਿਹੜੀ ਸਾਡੀ ਐਮਐਲਏਸ ਦੀ ਜਾਂ ਸਾਡੀ ਜਿਹੜੀ ਜਦੋਂ ਸਟੇਟ ਦੀ ਬੋਡੀ ਬਹਿੰਦੀ ਹੈ, ਸਾਡੇ ਡਿਸੀਜਨਸ ਜਿਹੜੇ ਨੇ ਉਹੀ ਅਸੀਂ ਉੱਥੇ ਕਨਵੇ ਕਰਦੇ ਹਾਂ ਤੇ ਉਹ ਫਾਈਨਲ ਮੰਨੇ ਜਾਂਦੇ ਨੇ। ਤੇ ਇਸ ਤਰ੍ਹਾਂ ਦਾ ਕੋਈ ਹਾਈ ਕਮਾਂਡ ਵੱਲੋਂ ਜਾਂ ਦਿੱਲੀ ਦੀ ਲੀਡਰਸ਼ਿਪ ਵੱਲੋਂ ਨਹੀਂ ਕੋਈ ਇੰਟਰਫੇਰੈਂਸ ਕਿ ਨਾ ਲੜੋ ਜਾਂ ਇਦਾਂ ਲੜ ਲਓ, ਇਦਾਂ ਕੋਈ 6 ਤੋਂ ਪਹਿਲਾਂ ਤਾਂ ਕਰਨੇ ਹੀ ਪੈਣਗੇ ਜੀ। 6 ਤਾਂ ਆਖਰੀ ਦਿਨ ਹੈ, 6 ਤੋਂ ਪਹਿਲਾਂ ਕਰ ਦਾਂਗੇ। ਅੱਜ ਨੋਮੀਨੇਸ਼ਨ ਸ਼ੁਰੂ ਹੋ ਗਈ, 6 ਤੋਂ ਪਹਿਲਾਂ ਤਾਂ ਕਰਾਂਗੇ ਜੀ। ਔਰ ਮੈਨੂੰ ਉਮੀਦ ਹੈ ਕਿ 6 ਤੋਂ ਪਹਿਲਾਂ ਹੀ ਕਰਾਂਗੇ ਅਸੀਂ। ਚੋਣਾਂ 'ਚ ਮੇਨ ਮੁੱਦਾ ਤਾਂ ਕੀ ਹੋਊਗਾ? ਦੇਖੋ ਇਹ ਤਾਂ ਲੋਕਲ ਚੋਣਾਂ ਨੇ। ਸਾਡੇ ਅੰਮ੍ਰਿਤਸਰ ਦੀ ਟੀਮ ਹੈ, ਉਹਨਾਂ ਨੇ ਆਪਣਾ ਮੈਨੀਫੈਸਟੋ ਬਣਾਇਆ। ਪਟਿਆਲੇ ਦੀ ਟੀਮ ਹੈ, ਲੋਕਲ ਚੋਣਾਂ ਨੇ ਉਹੀ ਮੁੱਦੇ ਨੇ ਭ੍ਰਿਸ਼ਟਾਚਾਰ, ਡਿਵੈਲਪਮੈਂਟ, ਸੀਵਰੇਜ ਦੇ ਪੰਗੇ ਔਰ ਜਿਹੜੇ ਸੜਕਾਂ ਨਹੀਂ ਹੈਗੀਆਂ ਔਰ ਉੱਤੋਂ ਜਿਹੜਾ ਮਾਸਟਰ ਪਲਾਨਸ ਨਹੀਂ ਜਿਹੜੇ ਲਾਗੂ ਹੁੰਦੇ, ਇਹੀ ਉਹੀ ਜਿਹੜੇ ਲੋਕਲ ਮੁੱਦੇ ਹਨ। ਸੋ ਬ੍ਰਦਰ, ਅਸੀਂ ਜਿਹੜਾ ਲੁਧਿਆਣਾ ਰਿਹਾ ਨਾ, ਉਹ ਵੀ ਮੈਂ ਦੱਸਣ ਲੱਗਿਆ ਹਾਈ ਕੋਰਟ ਦੇ ਵਿੱਚ ਅਸੀਂ ਅੱਜ ਉਹ ਪਟੀਸ਼ਨ ਨੋਟੀਫਿਕੇਸ਼ਨ ਨਾ ਹੋਣ ਕਾਰਨ ਲੇਟ ਹੋਏ ਆ। ਨੋਟੀਫਿਕੇਸ਼ਨ ਅੱਜ ਮੂਵ ਕੀਤਾ, ਗਵਰਨਮੈਂਟ ਨੇ ਪਬਲਿਸ਼ ਕੀਤਾ ਤੇ ਅਸੀਂ ਅੱਜ ਉਹ ਹਾਈ ਕੋਰਟ ਦੇ ਵਿੱਚ ਨਗਰ ਨਿਗਮ ਲੁਧਿਆਣਾ ਵੀ ਬਾਕੀ ਪੰਜਾਬ ਦੀਆਂ ਇਲੈਕਸ਼ਨਾਂ ਨਾਲ ਹੋਵੇ ਜਾਂ ਬਾਕੀ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਉਹ ਵੀ ਨਗਰ ਨਿਗਮ ਲੁਧਿਆਣਾ ਦੇ ਨਾਲ ਹੋਣ, ਤਾਂ ਕਿ ਉਹ ਨਤੀਜੇ ਲੁਧਿਆਣਾ ਨਗਰ ਨਿਗਮ ਦੇ ਵੋਟਰ ਨੂੰ ਪ੍ਰਭਾਵਿਤ ਨਾ ਕਰ ਸਕਣ। ਬੜਾ ਕਲੀਅਰ ਫੰਡਾ, ਕਲੀਅਰ ਪ੍ਰਿੰਸੀਪਲ ਹੈਗਾ ਆਪਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ। ਇਹ ਪਟੀਸ਼ਨ ਤੁਸੀਂ ਕਰ ਦਿੱਤੀ ਹੈ? ਹਾਂਜੀ ਰੈਡੀ ਆ ਜੀ, ਅਸੀਂ ਉਹ ਪਾ ਦੇਵਾਂਗੇ ਜੀ। ਐਂਡ ਇੱਕ ਮੇਰੀ ਰਿਕੁਐਸਟ ਹੈਗੀ ਆ, ਤੁਸੀਂ ਸਾਰੇ ਚਸ਼ਮਦੀਦ ਗਵਾਹ ਬੈਠੇ ਹੋ ਪੰਜਾਬ ਵਿਧਾਨ ਸਭਾ ਦੇ। ਪਿਛਲੇ 5 ਸਾਲ ਤੁਸੀਂ ਦੇਖਿਆ ਨੱਥਾ ਸਿੰਘ ਤੇ ਪ੍ਰੇਮ ਸਿੰਘ ਰਲ ਕੇ ਹਾਊਸ ਦੇ ਵਿੱਚ ਕੀ ਕਰਦੇ ਰਹੇ ਆ। ਕਾਂਗਰਸ ਤੇ ਅਕਾਲੀ ਫਿਕਸ ਮੈਚ ਕਿਵੇਂ ਖੇਡਦੇ ਰਹੇ, ਤੁਸੀਂ ਮੇਰੇ ਤੋਂ ਵੱਧ ਤਜਰਬਾ ਰੱਖਦੇ ਹੋ। ਦੇਖਿਆ ਤੇ ਤੁਸੀਂ ਕਲਮਬੱਧ ਕੀਤਾ। ਅਸੀਂ ਜਿਹੜਾ ਆਪੋਜੀਸ਼ਨ ਬੈਂਚਾਂ ਦੇ ਉੱਤੇ ਕਲੰਕ ਲੱਗਿਆ ਹੋਇਆ ਸੀ ਨਾ, ਕਾਂਗਰਸ ਪਾਰਟੀ ਦੇ ਐਮਐਲਏ ਨੇ 10 ਸਾਲ ਕਲੰਕਿਤ ਕੀਤਾ ਉਹ ਬੈਂਚਾਂ ਨੂੰ। ਉਹ ਬੈਂਚ ਜਿਹੜੇ ਸ਼ੈਡੋ ਗਵਰਨਮੈਂਟ ਹੁੰਦੇ ਆ, ਪਰਛਾਵਾਂ ਹੁੰਦੇ ਆ ਸਰਕਾਰ ਦਾ। ਜਿਹੜੀ ਸਰਕਾਰ ਦੀ ਡਿਊਟੀ ਆ ਅਸਲ ਦੇ ਵਿੱਚ ਸਿੱਧੇ ਰਸਤੇ ਤੇ ਰੱਖਣਾ ਜ਼ਿੰਮੇਵਾਰੀ ਕਿਹਦੀ? ਆਪੋਜੀਸ਼ਨ। ਉਹ ਬੈਂਚ ਜਿਹੜੇ 10 ਸਾਲ ਕਾਂਗਰਸੀਆਂ ਨੇ ਕਲੰਕਿਤ ਕੀਤੇ, ਬਾਦਲਾਂ ਨਾਲ ਰਲ ਕੇ ਮਾਫੀਏ ਦੇ ਹਿੱਸੇਦਾਰ ਤੇ ਪਾਰਟਨਰ ਬਣ ਕੇ, ਅਸੀਂ ਉਹ ਕਲੰਕ ਧੋਣ ਦਾ ਯਤਨ ਕਰ ਰਹੇ ਹਾਂ। ਧੋਤਾ ਨਹੀਂ ਗਿਆ, ਧੋਣ ਦਾ ਯਤਨ ਕਰ ਰਹੇ ਹਾਂ ਅਸੀਂ। ਬੈਂਸ ਦੇ ਖਿਲਾਫ ਲਾਏ, ਬੈਂਸ ਬ੍ਰਦਰ ਦੇ ਖਿਲਾਫ ਧੀਏ ਕੰਨ ਕਰ ਤੇ ਨੂੰਹੇ ਕੰਮ ਕਰ। ਪੰਜਾਬੀ ਦਾ ਕਹਾਣ ਹੈਗਾ, ਧੀਏ ਕੰਨ ਕਰ ਤੇ ਨੂੰਹੇ ਕੰਮ ਕਰ। ਬੈਂਸ ਬ੍ਰਦਰ ਦੇ ਖਿਲਾਫ ਲੈ ਕੇ ਨਿੰਦਾ ਪ੍ਰਸਤਾਵ ਟਾਰਗੇਟ ਕੀਤਾ ਖੈਰੇ ਨੂੰ। ਮੈਂ ਕਹਿੰਦਾ ਜਮ ਲੈ ਕੇ ਆਉਂਦੇ ਮੁੱਖ ਮੰਤਰੀ ਸਾਹਿਬ, ਸਾਡੀ ਗੱਲ ਮੰਨ ਲੈਂਦੇ। ਸੀਐਮ ਸੂਬੇ ਦਾ ਸੀਐਮ ਜਿਹੜਾ ਉਹਦੀ ਡਿਊਟੀ ਹੈ ਪੂਰੇ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਦੇਣਾ, ਤੇ ਉਹ ਆਪ ਹੀ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰਾਲੇ, ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਸੀ ਕਿ ਸਾਡੀ ਸੁਰੱਖਿਆ ਵਧਾ ਦਿਓ। ਸੋ ਆਪਣੀਆਂ ਸੁਰੱਖਿਆ ਦਾ ਚਿੰਤਾ ਰਹਿੰਦੀ ਹੈ। ਜਿਹੜੇ ਆਮ ਲੋਕ ਮਰ ਰਹੇ ਨੇ, ਜਿਹੜੇ ਆਮ ਲੋਕਾਂ ਦੇ ਝੂਠੇ ਪਰਚੇ ਪਏ ਨੇ, ਉਹਨਾਂ ਬਾਰੇ ਇਹਨਾਂ ਨੂੰ ਕੋਈ ਖਿਆਲ ਨਹੀਂ। ਸੋ ਮੈਂ ਪਾਰਲੀਮੈਂਟ ਦੇ ਵਿੱਚ ਇਹ ਪੋਲੀਟੀਕਲ ਵੈਂਡੇਟਾ ਵਾਲਾ ਜਿਹੜਾ ਸਵਾਲ ਹੈ, ਇਹ ਮੈਂ ਪਾਰਲੀਮੈਂਟ 'ਚ ਉਠਾਊਂਗਾ। ਆ ਜਿਹੜਾ ਵਿੰਟਰ ਸੈਸ਼ਨ ਹੈ ਉਹਦੇ ਵਿੱਚ ਮੈਂ ਇਹ ਗੱਲ ਦੱਸੂੰ।